मॉर्निंग स्टूडेंट्स। बेटा मैं संदीप और साइंस स्टूडियो चैनल ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। बेटा ਆਪਾਂ ਕਲਾਸ 10th ਦਾ ਚੈਪਟਰ 4th ਕਰ ਰਹੇ ਹਾਂ, ਕਾਰਬਨ ਐਂਡ ਇਟਸ ਕੰਪਾਊਂਡਸ। ਅੱਜ ਉਹਦਾ ਬੇਟਾ 4th ਲੈਕਚਰ ਹੈ। ਅੱਜ ਜੋ ਅਸੀਂ ਇਹਦੇ ਵਿੱਚ ਪੜ੍ਹਨਾ ਹੈ ਉਹ ਹੈ ਬੇਟਾ ਤੁਹਾਡੀ ਬੁੱਕ ਦੇ ਵਿੱਚ ਇੱਕ ਮੋਰ ਟੂ ਨੋ NCERT ਦੀ ਬੁੱਕ ਦੇ ਵਿੱਚ ਇੱਕ ਮੋਰ ਟੂ ਨੋ ਦੇ ਅੰਡਰ ਇੱਕ ਟੌਪਿਕ ਹੈ that is organic compound। ऑर्गेनिक कंपाउंड्स ਆਪਾਂ ਬੇਟਾ ਇਹਦੇ ਬਾਰੇ ਸਟੱਡੀ ਕਰਨੀ ਹੈ। ਐਕਚੁਅਲੀ ऑर्गेनिक कंपाउंड ਕੀ ਹੁੰਦੇ ਆ? the compounds of carbon are known as organic compound। ठीक है बेटा। ਹੁਣ ਅਪਾਰਟ ਫਰੋਮ ਕਾਰਬਨ बेटा ਕਾਰਬਨ ਤੋਂ ਬਿਨਾ most of the organic compounds contain hydrogen and many organic compounds contain oxygen or other elements। मतलब ਕਾਰਬਨ ਤੋਂ ਬਿਨਾ ਬਹੁਤ ਸਾਰੇ ਆਰਗੈਨਿਕ ਕੰਪਾਊਂਡ ਇੱਦਾਂ ਦੇ ਆ ਬੇਟਾ ਜਿਨ੍ਹਾਂ ਵਿੱਚ ਹਾਈਡਰੋਜਨ ਹੁੰਦਾ, ਔਰ ਬਹੁਤ ਸਾਰੇ ਆਰਗੈਨਿਕ ਕੰਪਾਊਂਡ ਇੱਦਾਂ ਦੇ ਵੀ ਹੈਗੇ ਆ ਜਿਨ੍ਹਾਂ ਵਿੱਚ ਆਕਸੀਜਨ ਜਾਂ ਕੋਈ ਹੋਰ ਐਲੀਮੈਂਟ ਵੀ ਹੋ ਸਕਦਾ। ਸੋ ਮੋਸਟ ਆਫ ਦਾ ਆਰਗੈਨਿਕ ਕੰਪਾਊਂਡਸ ਐਕਚੁਅਲੀ ਆਰ ਹਾਈਡਰੋਕਾਰਬਨਸ। ਇਹਨਾਂ ਬਾਰੇ ਆਪਾਂ ਬੜਾ ਡਿਟੇਲ ਦੇ ਵਿੱਚ ਬੇਟਾ ਇਸ ਚੈਪਟਰ ਦੇ ਵਿੱਚ ਪੜ੍ਹਨਾ ਆ। ਹਾਈਡਰੋਕਾਰਬਨ ਕੀ ਹੁੰਦੇ ਆ? ਥੀਸ ਆਰ ਦਾ ਕੰਪਾਊਂਡਸ ਵਿਚ ਕੰਟੇਨ ਕਾਰਬਨ ਐਂਡ ਹਾਈਡਰੋਜਨ। ਓਕੇ, ਜਾਂ ਬੇਟਾ ਇਹਦੇ ਡੈਰੀਵੇਟਿਵਸ ਵੀ ਹੋ ਸਕਦੇ ਆ। ਡੈਰੀਵੇਟਿਵਸ ਬਾਰੇ ਵੀ ਆਪਾਂ ਇਸ ਚੈਪਟਰ ਦੇ ਵਿੱਚ ਬਾਅਦ ਦੇ ਵਿੱਚ ਡਿਟੇਲ ਦੇ ਵਿੱਚ ਸਟੱਡੀ ਕਰਨੀ ਆ। ਕੁਛ ਐਗਜ਼ਾਮਪਲਸ ਆਪਾਂ ਕਰ ਸਕਦੇ ਹਾਂ ਬੇਟਾ, ਜਿਵੇਂ ਮੀਥੇਨ ਹੈ, ਈਥੇਨ ਹੈ, ਓਕੇ, ਜਾਂ ਈਥੀਨ ਹੈ। ਓਕੇ, ਮੀਥੇਨ ਹੋ ਗਿਆ, ਜਾਂ ਬੇਟਾ ਈਥੇਨ ਹੋ ਗਿਆ, ਜਾਂ ਈਥੀਨ ਹੋ ਗਿਆ, ਠੀਕ ਹੈ, ਜਾਂ ਈਥਾਈਨ ਹੋ ਗਿਆ ਬੇਟਾ। ਮਤਲਬ ਕਾਰਬਨ ਦੇ ਵਿੱਚ ਸਿੰਗਲ ਬੌਂਡ, ਡਬਲ ਬੌਂਡ, ਟ੍ਰਿਪਲ ਬੌਂਡ, ਸਾਰੇ ਜਿਹੜੇ ਹਾਈਡਰੋਕਾਰਬਨਸ ਹੈ ਦੇ ਆਰ ਦਾ ਆਰਗੈਨਿਕ ਕੰਪਾਊਂਡਸ। ਓਕੇ, ਉਸ ਤੋਂ ਇਲਾਵਾ ਬੇਟਾ ਟ੍ਰਾਈਕਲੋਰੋ ਈਥੇਨ, ਠੀਕ ਹੈ, ਕਲੋਰੀਨ ਇਹਦੇ ਵਿੱਚ ਅਟੈਚ ਹੋ ਗਿਆ। ਫਿਰ ਆਪਾਂ ਕਹਿ ਲੈਂਦੇ ਹਾਂ ਈਥੇਨੋਲ, ਐਲਕੋਹਲਸ। ਇਥੇਨੋਲ ਦੀ ਇੱਕ ਐਗਜ਼ਾਮਪਲ ਹੈ। ਐਲਕੋਹਲਸ ਜਿਹੜੀਆਂ ਦੇ ਆਰ ਆਲਸੋ ਦਾ ਆਰਗੈਨਿਕ ਕੰਪਾਊਂਡਸ। ਜਾਂ ਆਪਾਂ ਕਹਿ ਲਈਏ ਇਥੇਨੋਇਕ ਐਸਿਡਸ ਬੇਟਾ, ਇਹ ਕਾਰਬੋਕਸਿਲਿਕ ਐਸਿਡ ਹੋ ਜਾਂਦੇ ਆ, ਠੀਕ ਹੈ, ਇਹ ਵੀ ਆਰਗੈਨਿਕ ਕੰਪਾਊਂਡਸ ਦੀ ਫਾਰਮ ਹੈ। ਉਸ ਤੋਂ ਇਲਾਵਾ ਆਪਾਂ ਯੂਰੀਆ ਨੂੰ ਕਹਿ ਸਕਦੇ ਹਾਂ, ਓਕੇ, ਦੈਟ ਇਜ਼ ਆਲਸੋ ਆਰਗੈਨਿਕ ਕੰਪਾਊਂਡ, ਠੀਕ ਹੈ। ਸੋ ਕਾਰਬਨ ਕੰਪਾਊਂਡਸ ਔਰ ਆਰਗੈਨਿਕ ਕੰਪਾਊਂਡਸ ਆਪਾਂ ਕਿਹਨਾਂ ਨੂੰ ਕਵਾਂਗੇ ਬੇਟਾ? ਦੀਜ਼ ਆਰ ਦਾ ਕੋਵਲੈਂਟ ਕੰਪਾਊਂਡਸ। ਔਰ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਕੋਵਲੈਂਟ ਕੰਪਾਊਂਡਸ ਦੇ ਹੈਵ ਲੋ ਮੈਲਟਿੰਗ ਪੁਆਇੰਟ ਐਂਡ ਬੋਇਲਿੰਗ ਪੁਆਇੰਟ। ਓਕੇ, ਸੋ ਆਪਾਂ ਇਹ ਕਹਾਂਗੇ ਕਿ ਜਿਹੜੇ ਕਾਰਬਨ ਦੇ ਕੰਪਾਊਂਡਸ ਹੈ ਜਾਂ ਆਰਗੈਨਿਕ ਕੰਪਾਊਂਡਸ ਹੈ ਉਹਨਾਂ ਦਾ ਮੈਲਟਿੰਗ ਅਤੇ ਬੋਇਲਿੰਗ ਪੁਆਇੰਟ ਬੇਟਾ ਬਹੁਤ ਘੱਟ ਹੁੰਦਾ। ਕਿਉਂ ਘੱਟ ਹੁੰਦਾ? ਆਪਾਂ ਗੱਲ ਕਰ ਚੁੱਕੇ ਹਾਂ, ਕਿਉਂਕਿ ਉਹਨਾਂ ਵਿੱਚ ਕੋਵਲੈਂਟ ਬੌਂਡ ਹੁੰਦਾ। ਓਕੇ, ਸੋ ਫੋਰਸ ਆਫ ਅਟਰੈਕਸ਼ਨ ਜੋ ਉਹਨਾਂ ਦੀ ਆਪਸ ਦੇ ਵਿੱਚ ਹੈ ਬਹੁਤ ਜ਼ਿਆਦਾ ਨਹੀਂ ਹੁੰਦੀ, ਉਹ ਈਜ਼ੀਲੀ ਬੌਂਡ ਬ੍ਰੇਕ ਹੋ ਸਕਦਾ। ਦੈਟਸ ਵਾਈ ਮੈਲਟਿੰਗ ਅਤੇ ਬੋਇਲਿੰਗ ਪੁਆਇੰਟ ਘੱਟ ਹੁੰਦੇ ਆ। ਸੈਕਿੰਡ ਆਪਾਂ ਇਹ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਦੇ ਆਰ ਦਾ ਨੋਨ ਕੰਡਕਟਰਸ ਆਫ ਇਲੈਕਟ੍ਰੀਸਿਟੀ, ਮੀਨਸ ਪੂਅਰ ਕੰਡਕਟਰ ਇਲੈਕਟ੍ਰੀਸਿਟੀ ਦੇ, ਕੁਚਾਲਕ ਕਹਿ ਲਈਏ ਆਪਾਂ, ਕੁਚਾਲਕ ਹੈ ਜਾਂ ਘੱਟ ਚਾਲਕ ਹੈ, ਠੀਕ ਹੈ। ਇਹਨਾਂ ਵਿੱਚੋਂ ਜਿਹੜੀ ਇਲੈਕਟ੍ਰੀਸਿਟੀ ਵੀ ਆ ਉਹ ਪ੍ਰੋਪਰਲੀ ਨਹੀਂ ਲੰਘਦੀ। ਕਿਉਂ ਨਹੀਂ ਲੰਘਦੀ? ਕਿਉਂਕਿ ਇਹਨਾਂ ਵਿੱਚ ਆਇਨਸ ਨਹੀਂ ਹੁੰਦੇ, ਕਿਉਂਕਿ ਇਲੈਕਟ੍ਰੋਨਸ ਸ਼ੇਅਰ ਕਰਕੇ ਬੇਟਾ ਜੋ ਇਹਨਾਂ ਦੇ ਵਿੱਚ ਇਲੈਕਟ੍ਰੋਨ ਦੀ ਸ਼ੇਅਰਿੰਗ ਹੁੰਦੀ ਹੈ। ਹੋਰ ਆਪਾਂ ਅਗਰ ਗੱਲ ਕਰੀਏ ਕਿ ਆਰਗੈਨਿਕ ਕੰਪਾਊਂਡਸ ਦੇ ਅਕਰ ਇਨ ਆਲ ਲਿਵਿੰਗ ਥਿੰਗਸ ਲਾਈਕ ਪਲਾਂਟਸ ਐਂਡ ਐਨੀਮਲਸ, ਠੀਕ ਹੈ। ਸੋ ਆਪਾਂ ਕਹਾਂਗੇ ਕਿ ਆਰਗੈਨਿਕ ਕੰਪਾਊਂਡਸ, जो ऑर्गेनिक कंपाउंड्स है दे अकर इन all living things। living things like plants and animals, ठीक है बेटा।
ਪਹਿਲਾਂ ਪਹਿਲਾਂ ਆਪਾਂ ਕਹਿੰਦੇ ਸੀ ਬੇਟਾ ਜਿਹੜੇ ਸਾਰੇ ਆਰਗੈਨਿਕ ਕੰਪਾਊਂਡ ਹੈ ਨਾ ਜਾਂ ਕਾਰਬਨ ਕੰਪਾਊਂਡ ਹੈ ਉਹ ਐਕਸਟ੍ਰੈਕਟ ਕੀਤੇ ਹੋਏ ਆ ਨੈਚੁਰਲ ਮਟੀਰੀਅਲ ਤੋਂ। ਉਹ ਨੈਚੁਰਲ ਮਟੀਰੀਅਲ ਸਾਨੂੰ ਲਿਵਿੰਗ ਥਿੰਗਸ ਤੋਂ ਮਿਲਦਾ, ਠੀਕ ਹੈ। ਸੋ ਆਪਾਂ ਇਹ ਕਹਿ ਸਕਦੇ ਸੀ, ਇਹ ਸੋਚਦੇ ਸੀ ਕਿ ਜਿਹੜੇ ਆਰਗੈਨਿਕ ਕੰਪਾਊਂਡਸ ਹੈ ਦੇ ਕੁਡ ਓਨਲੀ ਬੀ ਫਾਊਂਡ ਵਿਦਨ ਏ ਲਿਵਿੰਗ ਬੋਡੀ, ਕਿ ਉਹ ਸਿਰਫ ਔਰ ਸਿਰਫ ਲਿਵਿੰਗ ਬੋਡੀ ਦੇ ਵਿੱਚ ਹੀ ਬਣ ਸਕਦੇ ਆ, ਠੀਕ ਹੈ। ਪਲਾਂਟ ਬੋਡੀ ਵੀ ਹੋ ਸਕਦੀ ਹੈ, ਐਨੀਮਲ ਬੋਡੀ ਵੀ ਹੋ ਸਕਦੀ ਹੈ, ਠੀਕ ਹੈ। ਸੋ ਮਤਲਬ ਆਪਾਂ ਇਹ ਕਹਿੰਦੇ ਸੀ ਕਿ ਇੱਕ ਵਾਈਟਲ ਫੋਰਸ ਹੈ ਵਿਚ ਕ੍ਰੀਏਟ ਲਿਵਿੰਗ ਥਿੰਗਸ, ਜੋ ਲਿਵਿੰਗ ਥਿੰਗਸ ਦੇ ਵਿੱਚ ਹੁੰਦੀ ਆ, ਠੀਕ ਹੈ, ਔਰ ਜੋ ਆਰਗੈਨਿਕ ਕੰਪਾਊਂਡ ਦੀ ਪ੍ਰੈਪਰੇਸ਼ਨ ਦੇ ਲਈ ਜ਼ਰੂਰੀ ਹੈ, ਠੀਕ। ਸੋ ਤੁਹਾਡੀ ਬੁੱਕ ਦੇ ਵਿੱਚ ਵੀ ਸ਼ਾਰਟ ਦੇ ਵਿੱਚ ਡਿਸਕਸ ਕੀਤਾ ਹੋਇਆ ਬੇਟਾ ਵਾਈਟਲ ਫੋਰਸ ਥਿਊਰੀ, ਵਾਈਟਲ ਫੋਰਸ ਥਿਊਰੀ, ठीक है। सो वाइटल फोर्स थ्योरी ऑफ ऑर्गेनिक कंपाउंड्स दैट वाज डिसअप्रूव्ड, ठीक है। ਇਹਦੇ ਵਿੱਚ ਇਹ ਕਹਿੰਦੇ ਸੀ ਕਿ ਆਰਗੈਨਿਕ ਕੰਪਾਊਂਡ ਕਿੱਦਾਂ ਬਣ ਜਾਂਦਾ, ਵਿੱਚ ਇੱਕ ਵਾਈਟਲ ਫੋਰਸ ਹੁੰਦੀ ਆ, ਓਕੇ, ਔਰ ਲਿਵਿੰਗ ਥਿੰਗਸ ਦੇ ਵਿੱਚ ਹੁੰਦੀ ਆ। ਔਰ ਉਸ ਥਿਊਰੀ ਨੂੰ ਬੇਟਾ ਡਿਸਅਪਰੂਵ ਕੀਤਾ ਗਿਆ, ਉਸ ਥਿਊਰੀ ਨੂੰ ਆਪਾਂ ਕਹਿ ਲਈਏ ਕਿ ਉਹ ਥਿਊਰੀ ਨੂੰ ਖਤਮ ਕੀਤਾ ਗਿਆ ਬਾਈ ਏ ਸਾਇੰਟਿਸਟ ਫਰੈਡਰਿਚ ਬੋਹਲਰ ਇਨ 1928, ਠੀਕ ਹੈ। ਸੋ ਇੱਕ ਸਾਇੰਟਿਸਟ ਹੋਏ ਆ, ਉਹਨਾਂ ਦਾ ਕੀ ਨਾਮ ਸੀ ਬੇਟਾ, ਫਰੈਡਰਿਚ ਬੋਹਲਰ। ਔਰ 1928 ਦੇ ਵਿੱਚ ਇਹ ਥਿਊਰੀ ਉਹਨਾਂ ਨੇ ਡਿਸਅਪਰੂਵ ਕਰ ਦਿੱਤੀ। ਕੀ ਕਿਹਾ ਉਹਨਾਂ ਨੇ, ਕਿੱਦਾਂ ਡਿਸਅਪਰੂਵ ਕੀਤੀ ਕਿ ਯੂਰੀਆ ਹੈ ਬੇਟਾ ਇੱਕ ਆਰਗੈਨਿਕ ਕੰਪਾਊਂਡ ਹੈ, ਠੀਕ ਹੈ, ਵਿਚ ਵਾਜ਼ ਥੌਟ ਟੂ ਬੀ ਮੇਡ ਓਨਲੀ ਇਨਸਾਈਡ ਦਾ ਬੋਡੀਜ਼ ਆਫ ਲਿਵਿੰਗ ਬੀਇੰਗਸ। ਲਿਵਿੰਗ ਬੀਇੰਗਸ ਦੇ ਵਿੱਚ ਹੀ ਕਹਿੰਦੇ ਸੀ ਪਹਿਲਾਂ ਆਪਾਂ ਸੋਚਦੇ ਸੀ ਕਿ ਲਿਵਿੰਗ ਬੀਇੰਗਸ ਦੇ ਵਿੱਚ ਹੀ ਯੂਰੀਆ ਬਣ ਸਕਦਾ, ਓਕੇ। ਬਟ ਬੋਹਲਰ ਸੀ ਜੋ ਇਹ ਸਾਇੰਟਿਸਟ ਸੀਗੇ, ਇਹਨਾਂ ਨੇ ਆਰਗੈਨਿਕ ਕੰਪਾਊਂਡ ਜਿਹੜਾ ਯੂਰੀਆ ਹੈ, ਜੋ ਯੂਰੀਆ ਆਪਾਂ ਆਰਗੈਨਿਕ ਕੰਪਾਊਂਡ ਦੀ ਗੱਲ ਕਰਦੇ ਹਾਂ ਉਹਦਾ ਇਹ ਫਾਰਮੂਲਾ ਹੈ ਬੇਟਾ, ਠੀਕ ਹੈ। ਸੋ ਦਿਸ ਇਜ਼ ਯੂਰੀਆ, ਠੀਕ ਹੈ। ਇਹਨੂੰ ਆਪਾਂ ਕਹਿੰਦੇ ਆਰਗੈਨਿਕ ਕੰਪਾਊਂਡ ਕਹਿੰਦੇ ਆ। ਪਹਿਲਾਂ ਇਹ ਸੋਚਦੇ ਸੀ ਕਿ ਦੈਟ ਇਜ਼ ਫਾਰਮਡ ਇਨਸਾਈਡ ਦਾ ਲਿਵਿੰਗ ਬੋਡੀ, ਬਟ ਉਹਨਾਂ ਨੇ ਇਹਨੂੰ ਲੈਬੋਰਟਰੀ ਦੇ ਵਿੱਚ ਬਣਾ ਦਿੱਤਾ, ਓਕੇ, ਫਰੋਮ ਇਨਆਰਗੈਨਿਕ ਕੰਪਾਊਂਡ। ਕਿਹੜਾ ਉਹਨਾਂ ਨੇ ਇਨਆਰਗੈਨਿਕ ਕੰਪਾਊਂਡ ਲਿਆ, ਦੈਟ ਵਾਜ਼ ਅਮੋਨੀਅਮ ਸਾਇਨੇਟ, ਠੀਕ ਹੈ। ਅਮੋਨੀਅਮ ਸਾਇਨੇਟ ਦਾ ਦਿਸ ਇਜ਼ ਦਾ ਫਾਰਮੂਲਾ NH4CnO, ਠੀਕ ਹੈ। ਇਹਦੇ ਵਿੱਚੋਂ ਅਮੋਨੀਅਮ ਸਾਇਨੇਟ ਤੋਂ ਬੇਟਾ ਫਾਰਮੇਸ਼ਨ ਕਰਤੀ ਯੂਰੀਆ ਦੀ ਫਰੋਮ ਇਨਆਰਗੈਨਿਕ ਕੰਪਾਊਂਡ, ਠੀਕ ਹੈ। ਸੋ ਉਹਦੇ ਨਾਲ ਕੀ ਹੋਇਆ, ਰਿਜੈਕਟ ਹੋ ਗਈ ਜਿਹੜੀ ਆਪਾਂ ਵਾਈਟਲ ਫੋਰਸ ਥਿਊਰੀ ਕਹਿੰਦੇ ਸੀ, ਉਹ ਰਿਜੈਕਟ ਹੋ ਗਈ, ਠੀਕ ਹੈ, ਉਹ ਡਿਸਅਪਰੂਵ ਹੋ ਗਈ, ਕਲੀਅਰ। ਸੋ ਬੇਟਾ ਇੱਥੇ ਹੁਣ ਨੋਟ ਕਰਨ ਵਾਲੀ ਗੱਲ ਹੈ ਕਿ ਦੋ ਆਕਸਾਈਡਸ ਆਫ ਕਾਰਬਨ ਕਿਹੜੇ ਹੈ ਬੇਟਾ, ਕਾਰਬਨ ਡਾਈਆਕਸਾਈਡ ਹੈ, ਕਾਰਬਨ ਮੋਨੋਆਕਸਾਈਡ ਹੈ, ਠੀਕ ਹੈ। ਫਿਰ ਆਪਾਂ ਕਹਿ ਲਈਏ ਕਾਰਬੋਨੇਟਸ, ਠੀਕ। ਫਿਰ ਆਪਾਂ ਬੇਟਾ ਹਾਈਡਰੋਜਨ ਕਾਰਬੋਨੇਟ ਕਹਿ ਦਿੰਦੇ ਆ, ਓਕੇ। ਫਿਰ ਬੇਟਾ ਕਾਰਬਾਈਡਸ, ਇਹ ਵੀ ਕਾਰਬਨ ਕੰਪਾਊਂਡਸ ਹੈ ਬਟ ਦੇ ਆਰ ਨਾਟ ਕੰਸਿਡਰਡ ਟੂ ਬੀ ਆਰਗੈਨਿਕ ਕੰਪਾਊਂਡ। ਆਪਾਂ ਇਹਨਾਂ ਨੂੰ ਆਰਗੈਨਿਕ ਕੰਪਾਊਂਡ ਨਹੀਂ ਕਹਾਂਗੇ, ਕਿਉਂ, ਬਿਕੋਜ਼ देयर ਪ੍ਰੋਪਰਟੀਜ਼ ਆਰ ਵੈਰੀ ਡਿਫਰੈਂਟ ਫਰੋਮ ਦੋਜ਼ ਆਫ ਦਾ ਕਾਮਨ ਆਰਗੈਨਿਕ ਕੰਪਾਊਂਡਸ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਦੂਸਰੇ ਆਰਗੈਨਿਕ ਕੰਪਾਊਂਡਸ ਹੈ ਉਹਨਾਂ ਤੋਂ ਪ੍ਰੋਪਰਟੀਜ਼ ਡਿਫਰੈਂਟ ਹੈ, ਠੀਕ ਹੈ। ਔਰ ਅਗਰ ਆਪਾਂ ਸਟੱਡੀ ਕਰੀਏ ਬੇਟਾ ਕਾਰਬਨ ਕੰਪਾਊਂਡਸ ਜਿਵੇਂ ਹਾਈਡਰੋਕਾਰਬਨਸ ਦੀ ਜਾਂ ਉਹਨਾਂ ਦੇ ਡੈਰੀਵੇਟਿਵਸ ਦੀ ਜੋ ਆਪਾਂ ਇੱਥੇ ਗੱਲ ਕੀਤੀ ਸੀ, ਠੀਕ ਹੈ, ਉਹਨਾਂ ਨੂੰ ਉਹਦੀ ਸਟੱਡੀ ਨੂੰ ਆਪਾਂ ਕਹਿ ਦਿੰਦੇ ਹਾਂ ਬੇਟਾ ਆਰਗੈਨਿਕ ਕੈਮਿਸਟਰੀ। ਸੋ ਆਕਸਾਈਡਸ ਆਫ ਕਾਰਬਨ, carbonates, hydrogen carbonates, carbides, these all are inorganic compound, ठीक है। सो ਇਹਨਾਂ ਨੂੰ ਆਪਾਂ ਸਟੱਡੀ ਕਰਦੇ ਹਾਂ ਅੰਡਰ ਦਾ ਬ੍ਰਾਂਚ ਇਨਆਰਗੈਨਿਕ ਕੈਮਿਸਟਰੀ, ਇਹਨਾਂ ਨੂੰ ਆਪਾਂ ਕਰਦੇ ਹਾਂ ਬੇਟਾ ਅੰਡਰ ਦਾ ਬ੍ਰਾਂਚ ਆਰਗੈਨਿਕ ਕੈਮਿਸਟਰੀ, ਠੀਕ। ਦਿਸ ਵਾਜ਼ ਦਾ ਬੇਸਿਕ ਇਨਫੋਰਮੇਸ਼ਨ ਅਬਾਊਟ ਦਾ ਆਰਗੈਨਿਕ ਕੰਪਾਊਂਡਸ। ਸੋ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਬੇਟਾ ਕਾਰਬਨ ਦੇ ਬਹੁਤ ਸਾਰੇ ਕੰਪਾਊਂਡਸ ਹੁੰਦੇ ਆ, ਲਾਰਜ ਨੰਬਰ ਆਫ ਕੰਪਾਊਂਡਸ,
ਡਿਊ ਟੂ 2 ਪ੍ਰੋਪਰਟੀਜ਼ ਆਪਾਂ ਉਹ ਗੱਲ ਕਰ ਚੁੱਕੇ ਹਾਂ। ਠੀਕ ਹੈ, ਕਿਹੜੀਆਂ ਪ੍ਰੋਪਰਟੀ ਦੇ ਬੇਸ ਤੇ ਆਪਾਂ ਕਹਿੰਦੇ ਹਾਂ ਕਾਰਬਨ ਦੇ ਬਹੁਤ ਨੰਬਰ ਆਫ ਕੰਪਾਊਂਡਸ ਹੁੰਦੇ ਆ, ਦੈਟ ਵਾਜ਼ ਕੈਟੀਨੇਸ਼ਨ। ਇੱਕ ਦੂਸਰੀ ਗੱਲ ਆਪਾਂ ਕਰ ਚੁੱਕੇ ਹਾਂ ਬੇਟਾ ਟੈਟਰਾ ਵੈਲੈਂਸੀ ਨਾ। ਸੋ ਇਸ ਬੇਸ ਤੇ ਆਪਾਂ ਕਹਿ ਦਿੰਦੇ ਹਾਂ ਜਿਹੜੇ ਕਾਰਬਨ ਦੇ ਬਹੁਤ ਜ਼ਿਆਦਾ ਮਿਲੀਅਨ ਆਫ ਕੰਪਾਊਂਡਸ ਹੁੰਦੇ ਆ, ਉਹ ਪ੍ਰੋਪਰਟੀਜ਼ ਨੂੰ ਆਪਾਂ ਡਿਸਕਸ ਕਰ ਚੁੱਕੇ ਹਾਂ। ਹੁਣ ਜੋ ਬੇਟਾ ਨੈਕਸਟ ਲੈਕਚਰ ਦੇ ਵਿੱਚ ਆਪਾਂ ਬੇਟਾ ਟਾਈਪਸ ਆਫ ਆਰਗੈਨਿਕ ਕੰਪਾਊਂਡਸ ਨੂੰ ਡਿਸਕਸ ਕਰਨਾ, ਉਹ 1 ਬਾਈ 1 ਆਪਾਂ ਕਰਾਂਗੇ। ਠੀਕ ਹੈ, ਉਹਦੇ ਵਿੱਚ ਹਾਈਡਰੋਕਾਰਬਨਸ ਨੇ, ਹੈਲੋ ਐਲਕੇਨਸ ਨੇ ਬੇਟਾ, ਐਲਕੋਹਲ ਹੈ, ਐਲਡੀਹਾਈਡਸ ਹੈ, ਕੀਟੋਨਸ ਹੈ ਔਰ ਕਾਰਬੋਕਸਿਲਿਕ ਐਸਿਡਸ ਹੈ। ਠੀਕ ਹੈ, ਉਹ ਤੁਹਾਡੇ ਕਾਰਬਨਸ ਕੰਪਾਊਂਡ ਚੈਪਟਰ ਦਾ ਬਹੁਤ ਹੀ ਇੰਪੋਰਟੈਂਟ ਪਾਰਟਸ ਨੇ। ਸੋ ਉਹਨਾਂ ਨੂੰ ਆਪਾਂ ਹੁਣ ਨੈਕਸਟ ਲੈਕਚਰ ਦੇ ਵਿੱਚ 1 ਬਾਈ 1 ਡਿਸਕਸ ਕਰਨਾ ਸ਼ੁਰੂ ਕਰਾਂਗੇ। ਥੈਂਕ ਯੂ ਬੇਟਾ, ਹੈਵ ਅ ਨਾਈਸ ਡੇ।